गुरुमहि समाना एह बाणी जो जियों जाने तिस अंतर रवे हर नामा बाणी गुरु गुरु है बाणी विच बाणी अमृत सारे गुरबाणी कहे सेवक जन मानै परतख गुरु निस्तारे बाणी बिरलो विचारसी जे को गुरमुख होए एह बाणी महापुरख की निज कर वासा होए गौड़ी महला पंजवा सिमर 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 सुख पाया चरण कमल गुर हृदय बसाया गुर गोबिंद पार ब्रह्म पूरा तिसै आराध मेरा मन तीरा रहाओ अन दिन जपों गुरु गुर नाम ताते सिद्ध पै सगल काम दर्शन देख शीतल मन पै जन्म जन्म के किल बिख गए कहो नानक कहाँ पे पाई अपने सेवक की आप पैज रखाई कहो नानक कहाँ पे पाई अपने सेवक की आप पैज रखाई
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। 202 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਭਾਈ ਗੁਰਦੀਪ ਸਿੰਘ ਜੀ ਕਪੂਰਥਲਾ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ। ਹੁਣੇ ਹੀ ਵਿਦੇਸ਼ ਤੋਂ ਆਏ ਨੇ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਦਾ ਬਾਟਾ ਹਰ ਐਤਵਾਰ 11 ਵਜੇ ਤਿਆਰ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਘਰਾਂ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਆਉਣ ਵਾਲੇ ਮਹੀਨੇ ਦੀ ਸੰਗਰਾਂਦ 16 ਤਰੀਕ ਨੂੰ ਹੈ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 17 ਤਰੀਕ ਨੂੰ ਹੈ। ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸ਼ਨੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਰੋਵਰ ਦੀ ਪਰਿਕਰਮਾ ਵਿੱਚ ਲੱਗੀ ਹੈ। ਇਹ ਅਗਲੇ ਕੁਝ ਥੋੜ੍ਹੇ ਦਿਨ ਹੋਰ ਰਹਿਣੀ ਹੈ। ਸੋ ਆਪ ਜੀ ਜ਼ਰੂਰ ਆਓ, ਆ ਕੇ ਦਰਸ਼ਨ ਕਰੋ। ਗੁਰਬਾਣੀ ਦੀਆਂ ਪੋਥੀਆਂ, ਗੁਰਬਾਣੀ ਦੇ ਗੁਟਕੇ, ਸਿੱਖੀ ਨਾਲ ਸੰਬੰਧਿਤ ਬਹੁਤ ਕੁਝ ਆਪ ਜੀ ਨੂੰ ਪ੍ਰਾਪਤ ਹੋਏਗਾ। ਆਪ ਜੀ ਉਸ ਨੂੰ ਆਪਣੇ ਘਰਾਂ ਵਿੱਚ ਵੀ ਲੈ ਕੇ ਜਾਓ। ਸਾਨੂੰ ਪ੍ਰਗਤੀ ਮੈਦਾਨ ਦਾ ਬੜਾ ਸ਼ੌਕ ਹੈ ਕਿ ਉੱਥੇ ਐਗਜੀਬਿਸ਼ਨਾਂ ਲੱਗਦੀਆਂ ਨੇ, ਪਰ ਜਦੋਂ ਸਿੱਖ ਧਰਮ ਦੀ ਲੱਗਦੀ ਹੈ ਤੇ ਫਿਰ ਅਸੀਂ ਆਨਾਕਾਨੀ ਕਰਦੇ ਹਾਂ। ਇੱਥੋਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਧਰਮ ਨਾਲ ਕੋਈ ਬਹੁਤਾ ਪਿਆਰ ਨਹੀਂ ਹੈਗਾ। ਜਿਹੜੀ ਗੁਰੂ ਘਰਾਂ ਦੇ ਵਿੱਚ ਆਉਣ ਜਾਣ ਦੀ ਗੱਲ, ਉਹ ਤਾਂ ਅਸੀਂ ਦੁੱਖਾਂ ਸੁੱਖਾਂ ਦੇ ਨਾਲ, ਸੁੱਖਾਂ ਸੁੱਖਣਾ ਦੇ ਨਾਲ ਜੁੜੇ ਹੋਏ ਹਾਂ। ਜਿਹੜੀ ਸਾਡੇ ਬਜ਼ੁਰਗਾਂ ਦੀ ਨਿਸ਼ਠਾ ਸੀ ਕਿ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਜਾਂ ਜਿਹੜੀ ਭਗਤ ਸਾਹਿਬਾਨਾਂ ਨੇ ਸਾਨੂੰ ਬਾਣੀ ਬਖਸ਼ੀ ਹੈ ਕਿ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ, ਉਹ ਨਿਸ਼ਠਾ ਸਾਡੇ ਵਿੱਚ ਹੋਣੀ ਚਾਹੀਦੀ ਹੈ, ਜਿਹਦੀ ਅੱਜ ਬਾਹਰ ਮੁਖੀ ਬਹੁਤ ਘਾਟ ਹੈ। ਉਹ ਆਪਾਂ ਇਹੋ ਜਿਹੀਆਂ ਪ੍ਰਦਰਸ਼ਨੀਆਂ ਤੋਂ ਲਾਭ ਲਈਏ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਕੋਈ ਹੋਆ ਕਰਮ ਰਤ
ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਧਿਆਇਆ। ਬੰਧਨ ਕਾਟਣ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰਜਾਮੀ। ਦੀਨ ਦੁਨੀਆ ਦੇ ਪਾਤਸ਼ਾਹ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਮਹਾਨ ਮਹਾਨ ਮਿਹਰ ਹੋਈ ਹੈ ਜੋ ਦੀਨ ਦੁਨੀਆ ਦੇ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਸਰਸਬਜ਼ ਹੋਈ ਧਰਤੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ, ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਭਾਵਨਾ ਔਰ ਸ਼ਰਧਾ ਦੇ ਨਾਲ ਆਪ ਗੁਰੂ ਸੰਗਤ ਰੂਪ ਦੇ ਵਿੱਚ ਨਮਸਤਕ ਹੋਏ ਹੋ। ਅੰਮ੍ਰਿਤ ਬਾਣੀ ਆਸਾ ਕੀ ਵਾਰ ਜੀ ਦੇ ਰਸ ਪਿੰਨੇ ਕੀਰਤਨ ਔਰ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰਧਾਰਾ ਔਰ ਬਖਸ਼ਿਸ਼ ਕੀਤੇ ਹੋਏ ਲੜੀ ਦੇ ਤਹਿਤ ਅੱਜ ਦੇ ਅੰਮ੍ਰਿਤ ਬਚਨ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਗੌੜੀ ਰਾਗ ਦੇ ਅੰਦਰ ਸ਼ਸ਼ੋਭਤ ਨੇ। ਮੂਲ ਸ਼ਬਦ ਦਾ ਪਾਠ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਤਿਨਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪਵਿੱਤਰ ਬਚਨ ਰਾਹੀਂ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦਾ ਜੋ ਉਪਦੇਸ਼ ਹੈ, ਪੈਗਾਮ ਹੈ, ਮੈਸੇਜ ਹੈ, ਮਨੁੱਖਤਾ ਦੀ ਝੋਲੀ ਦੇ ਵਿੱਚ ਪਾਇਆ। ਇਹਨਾਂ ਪਾਵਨ ਬਚਨਾਂ ਦੇ ਨਾਲ ਜੁੜੀਏ, ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਬਖਸ਼ੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ। ਪਿਆਰ ਵਿੱਚ ਭੇਜੇ ਆਖੋ ਜੀ ਸਤਨਾਮ ਵਾਹਿਗੁਰੂ ਜੀ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਦੀ ਆਰੰਭਤਾ ਕਰਦੇ ਹਨ। ਗੌੜੀ ਮਹੱਲਾ ਪੰਜਵਾਂ। ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਬਸਾਇਆ। ਅੱਖਰੀ ਅਰਥ ਹਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ, ਜਪ ਜਪ ਕੇ ਆਤਮਿਕ ਸੁੱਖ ਨੂੰ ਮਾਣਿਆ ਹੈ ਔਰ ਸਤਿਗੁਰੂ ਪਿਤਾ ਦੇ ਚਰਨ ਕਮਲ, ਮਾਲਕ ਦੇ ਚਰਨਾਂ ਦਾ ਪਿਆਰ, ਪਾਕ ਮੁਹੱਬਤਾਂ ਦੀ ਸਾਂਝ ਗੁਰੂ ਨਾਮ ਦੇ ਨਾਲ ਮੇਰੇ ਹਿਰਦੇ ਦੇ ਵਿੱਚ ਵਸ ਗਈ ਹੈ। ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਜੋ ਪੈਗਾਮ ਇਲਾਹੀ ਸੁਨੇਹਾ ਬਖਸ਼ਿਆ ਹੈ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਜ਼ਿੰਦਗੀ ਦੇ ਵਿੱਚ ਸੁੱਖ ਕਿਵੇਂ ਮਾਣਿਆ ਜਾਂਦਾ ਹੈ। ਅੱਜ ਹਰ ਬੰਦੇ ਦੀ ਜ਼ਿੰਦਗਾਨੀ ਦੀ ਇਹ ਦੌੜ ਹੈ ਪਿਆਰਿਓ, ਕਿਉਂਕਿ ਬੌਧਿਕ ਤੌਰ ਤੇ ਬੁੱਧ ਦੇ ਤਲ ਤੇ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਾਗਿਆ ਹੋਇਆ ਇਨਸਾਨ ਆ, ਮਨੁੱਖ ਆ। ਔਰ ਦੁਨੀਆ ਦਾ ਹਰ ਬੰਦੇ ਦੀ ਇਹ ਖੁਆਇਸ਼ ਹੈ, ਜ਼ਿੰਦਗੀ ਦੇ ਵਿੱਚ ਸੁੱਖ ਕਿਵੇਂ ਮਿਲਣ, ਸੁੱਖਾਂ ਨਾਲ ਜ਼ਿੰਦਗੀ ਕਿਵੇਂ ਭਰਪੂਰ ਹੋਵੇ ਤੇ ਦੁੱਖ ਜਿਹੜੇ ਉਹ ਜ਼ਿੰਦਗੀ ਦੇ ਵਿੱਚੋਂ ਕਿਵੇਂ ਮਿਟ ਜਾਣ। ਹਰ ਬੰਦੇ ਦੀ ਸੰਸਾਰ ਦੀ ਦੌੜ ਦੀ ਮੰਜ਼ਿਲ ਇੰਨੀ ਹੋਈ ਹੈ ਕਿ ਸੁੱਖ ਮਾਣਿਆ ਜਾਏ। ਔਰ ਜ਼ਿੰਦਗੀ ਦੀ ਦੌੜ ਨੇ ਬੜੇ ਬੜੇ ਵੱਡੇ ਘਰ ਬਖਸ਼ੇ, ਮਿਹਨਤ ਦੇ ਨਾਲ ਘਰ ਬਣਾਏ, ਮਿਹਨਤ ਦੇ ਨਾਲ ਸਾਧਨ ਜੁਟਾਏ। ਬੜੀਆਂ ਕੋਸ਼ਿਸ਼ਾਂ ਆ ਵੀ ਕਿਉਂਕਿ ਸਾਡੇ ਅੰਦਰ ਖਿਆਲ ਆ ਸ਼ਾਇਦ ਵੱਡੇ ਘਰ ਹੀ ਸੁੱਖ ਦਾ ਸਾਧਨ ਆ, ਵੱਡੇ ਮਹਿਲ ਹੀ ਕੇਵਲ ਸੁੱਖ ਨਸੀਬ ਮਹਿਲਾਂ ਵਾਲਿਆਂ ਨੂੰ ਹੁੰਦੇ ਨੇ, ਹੋਰ ਕਿਸੇ ਨੂੰ ਨਹੀਂ। ਵੱਡੀਆਂ ਗੱਡੀਆਂ, ਬਹੁਤ ਬੈਲੈਂਸ, ਬੜੀ ਜਾਇਦਾਦ। ਪਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਰਾਹੀਂ ਜੋ ਅਕਾਲ ਪੁਰਖ ਦੇ ਘਰ ਦਾ ਸ਼ੁੱਧ ਗਿਆਨ ਬਖਸ਼ਿਆ, ਗੁਰੂ ਬਾਬਾ ਜੀ ਕਹਿੰਦੇ ਨੇ, ਨਾ ਤੇ ਕੋਈ ਅੱਜ ਤੱਕ ਵੱਡੇ ਮਹਿਲਾਂ ਚੋਂ ਸੁੱਖ ਮਾਣ ਸਕਿਆ, ਨਾ ਬਹੁਤ ਧਨਵਾਨ ਦੌਲਤ ਬੈਲੈਂਸ ਵਾਲਿਆਂ ਸੁੱਖ ਮਾਣਿਆ। ਤੇ ਮਹਾਰਾਜ ਸੁੱਖ ਮਿਲੇ ਕਿੱਦਾਂ? ਹਜ਼ੂਰ ਬਾਬਾ ਜੀ ਕਹਿੰਦੇ ਨੇ, ਸੁੱਖ ਨਾਹੀਂ ਬਹੁਤੈ ਧਨ ਖਾਟੇ। ਬਹੁਤ ਧਨ ਇਕੱਤਰ ਕੀਤਾ ਪਰ ਉਸ ਧਨ ਦੇ ਵਿੱਚੋਂ ਸੁੱਖ ਨਹੀਂ ਨਿਕਲਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਹਰ ਬੰਦਾ ਸੁੱਖ ਹੀ ਮੰਗ ਰਿਹਾ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸੁਖੈ ਕਉ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਜਿਨ੍ਹਾਂ ਚੀਜ਼ਾਂ ਵਿੱਚੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸੁੱਖ ਮਿਲੇ, ਸਮਾਂ ਪਾ ਕੇ ਉਹ ਸੁੱਖ ਜਿਹੜਾ ਪਿਆਰਿਓ ਦੁੱਖ ਦੇ ਵਿੱਚ ਤਬਦੀਲ ਹੋ ਜਾਂਦਾ। ਕਿਉਂਕਿ ਮਹਾਰਾਜ ਕਹਿੰਦੇ ਆ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਜਿਹਦੇ ਵਿੱਚ ਮਹਾਰਾਜ ਤੂੰ ਨਹੀਂ, ਜਿਸ ਪਦਾਰਥ ਦੇ ਵਿੱਚ ਤੇਰੀ ਯਾਦ ਨਹੀਂ, ਸੱਚ ਹੈ ਉਹ ਪਦਾਰਥ, ਉਹ ਮਿਲੀਆਂ ਹੋਈਆਂ ਚੀਜ਼ਾਂ ਦੁੱਖ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਪੜ੍ਹੀਏ ਫਿਰ ਬਚਨਾਂ ਨੂੰ। ਸੁੱਖ ਨਾਹੀਂ ਬਹੁਤੈ ਧਨ ਖਾਟੇ, ਸੁੱਖ ਨਾਹੀਂ ਪੇਕੈ ਨਿਰਤ ਨਾਟੇ। ਨਾਟਕ ਚੇਟਕ ਵੇਖਣੇ। ਆਮ ਬੰਦਾ ਕਹਿੰਦਾ ਚਲੋ ਬਹੁਤ ਸਮਾਂ ਹੋ ਗਿਆ ਘਰ ਵਿੱਚ ਬੈਠਿਆਂ, ਕੋਈ ਥੀਏਟਰ ਜਾਂ ਕਿਤੇ ਹੋਰ ਕੋਈ ਇੰਟਰਟੇਨਮੈਂਟ ਜ਼ਿੰਦਗੀ ਦਾ ਹੋਵੇ, ਕੁਝ ਨਾ ਕੁਝ ਵੇਖ ਕੇ ਆਈਏ। ਔਰ ਮਾਲਕ ਕਹਿੰਦੇ ਨੇ, ਨਾਟਕ ਚੇਟਕ ਦੇ ਵਿੱਚੋਂ ਵੀ ਸਕੂਨ ਤੇ ਨਹੀਂ ਹੈ ਨਾ। ਕੁਝ ਘੜੀਆਂ ਬਣਾਉਟੀ ਤੌਰ ਤੇ ਮਿਲੇ ਹੋਏ ਹਾਸੇ, ਬਣਾਉਟੀ ਤੌਰ ਤੇ ਬਣੀ ਹੋਈ ਕਹਾਣੀ ਕੁਝ ਪਲਾਂ ਲਈ ਹੋ ਸਕਦਾ ਹੈ ਜ਼ਿੰਦਗੀ ਨੂੰ ਬਦਲੇ ਜ਼ਰੂਰ, ਬੰਦੇ ਦੇ ਖਿਆਲਾਂ 'ਚ ਫਰਕ ਪਵੇ, ਪਰ ਸਦੀਵੀ ਤੌਰ ਤੇ ਸਕੂਨ ਹੋਵੇ, ਇਹ ਨਹੀਂ ਹੋ ਸਕਦਾ। ਸੁੱਖ ਨਾਹੀਂ ਬਹੁਤੈ ਧਨ ਖਾਟੇ, ਸੁੱਖ ਨਾਹੀਂ ਪੇਕੈ ਨਿਰਤ ਨਾਟੇ। ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸੁੱਖ ਜਿਹੜਾ ਉਹ ਕੇਵਲ ਤੇ ਕੇਵਲ ਮਾਲਕ ਵਾਹਿਗੁਰੂ ਜੀ ਦੀ ਯਾਦ ਵਿੱਚ ਆ। ਗੁਰੂ ਦੀ ਯਾਦ ਤੋਂ ਬਿਨਾਂ ਪਿਆਰਿਓ ਆਤਮਿਕ ਸੁੱਖ ਨੂੰ ਨਾ ਕਿਸੇ ਨੇ ਅੱਜ ਤੱਕ ਮਾਣਿਆ ਤੇ ਨਾ ਹੀ ਕੋਈ ਮਾਣੇਗਾ। ਔਰ ਗੁਰੂ ਬਾਬਾ ਜੀ ਕਹਿੰਦੇ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਬੰਦਗੀ ਜਿਹੜੀ ਹੈ, ਜਿੰਨਾ ਮਾਲਕ ਨੂੰ ਜਪੇਗਾ ਨਾ, ਜਿੰਨਾ ਉਹਦੇ ਕੋਲ ਬਹਿ ਕੇ ਉਹਨੂੰ ਸੁਣੇ, ਉਹਨੂੰ ਜਪੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਫਿਰ ਕਹਿੰਦੇ ਆ, ਇਹ ਬੰਦਗੀ ਦੀ ਦਾਤ, ਇਹ ਨਾਮ ਦਾ ਸੁੱਖ ਕੱਲਾ ਇੱਥੋਂ ਤੱਕ ਸੀਮਤ ਨਹੀਂ ਹੈ।
ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ। ਦੁਨੀਆ ਦਾ ਸੁੱਖ ਜਿਹੜਾ ਕੱਲਾ ਸੰਸਾਰੀ ਹੈ ਨਾ, ਪਦਾਰਥਾਂ ਦਾ ਸੁੱਖ ਪਿਆਰਿਓ ਸਮੇਂ ਦੇ ਨਾਲ ਤਬਦੀਲ ਹੋਏਗਾ, ਪਰ ਗੁਰੂ ਗੁਰੂ ਜਪਿਆ ਤਬਦੀਲ ਨਹੀਂ ਹੁੰਦਾ। ਇਹ ਲੋਕ ਵੀ ਸੁਹੇਲਾ ਕਰਦਾ, ਇਹ ਪਰਲੋਕ ਵੀ ਸੁਹੇਲਾ ਕਰਦਾ। ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਫਿਰ ਹਜ਼ੂਰ ਕਹਿੰਦੇ ਨੇ ਨਿਰ ਧਨ ਕਉ ਧਨ। ਨਿਰ ਧਨ ਜਿਹਦੇ ਕੋਲ ਧਨ ਨਹੀਂ ਹੈ, ਕੋਈ ਗਰੀਬ ਹੈ, ਉਹਦੇ ਲਈ ਬੰਦਗੀ ਇਵੇਂ ਹੈ ਜਿਵੇਂ ਕਿਸੇ ਗਰੀਬ ਨੂੰ ਧਨ ਦਾ ਮਿਲ ਜਾਣਾ। ਨਿਰ ਧਨ ਕਉ ਧਨ ਅੰਧੁਲੇ ਕਉ ਟਿਕ। ਅੰਧੁਲੇ ਬੰਦੇ ਨੂੰ ਕਿਸੇ ਸੋਟੀ ਦਾ ਸਹਾਰਾ ਮਿਲ ਗਿਆ। ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਫਿਰ ਸ਼ਬਦ ਵੱਲ ਧਿਆਨ ਦੇਣਾ। ਸਿਮਰ 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 ਸੁਖ ਪਾਇਆ। ਆਤਮਿਕ ਸੁੱਖ ਜਿਹੜਾ ਆ, ਸਦੀਵੀ ਸੁੱਖ ਜਿਹੜਾ, ਉਹ ਕੇਵਲ ਤੇ ਕੇਵਲ ਮਾਲਕ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਆ। ਅੱਜ ਹਰ ਬੰਦੇ ਨੂੰ ਪੁੱਛ ਕੇ ਵੇਖੋਗੇ ਨਾ, ਬੰਦਾ ਪਰਿਵਾਰਕ ਪੱਖ ਤੋਂ, ਆਪਣੇ ਘਰ ਦੇ ਘਰੇਲੂ ਜਿਹੜੇ ਪੱਖ ਆ, ਉਹਨਾਂ ਕਰਕੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ। ਆਮ ਅਸੀਂ ਕਹਿੰਦੇ ਆ ਬੱਚੇ ਲੜਦੇ ਆ, ਘਰ ਦੇ ਵਿੱਚ ਕਲੇਸ਼ ਬੜਾ ਹੈ, ਇੱਕ ਦੂਜੇ ਨਾਲ ਵਿਚਾਰਾਂ ਨਹੀਂ ਰਲ ਰਹੀਆਂ। ਇੱਕ ਮਾਂ ਦੇ ਅੰਮਾ ਜਾਏ ਸਕੇ ਭੈਣ ਭਰਾ ਸਮੇਂ ਦੇ ਨਾਲ ਕਦੋਂ ਵਖਰੇਵੇਂ 'ਚ ਚਲੇ ਗਏ, ਕਦੋਂ ਕੋਈ ਇੱਕ ਦੂਜੇ ਦਾ ਦੁਸ਼ਮਣ ਬਣ ਜਾਏ, ਨਹੀਂ ਪਤਾ ਲੱਗ ਰਿਹਾ। ਪਰ ਗੁਰੂ ਬਾਬਾ ਜੀ ਕਹਿੰਦੇ ਆ ਬੰਦਗੀ ਇਕੱਲੇ ਮਨ ਦੇ ਸੁੱਖ ਵਾਸਤੇ ਨਹੀਂ ਹੈ, ਬੰਦਗੀ ਤੇ ਘਰਾਂ ਦੇ ਕਲੇਸ਼ ਨੂੰ ਵੀ ਮਿਟਾ ਦਿੰਦੀ ਹੈ। ਸੁਖਮਨੀ ਸਾਹਿਬ ਦਾ ਪਹਿਲਾ ਬਚਨ ਪੜੋ ਤੁਸੀਂ। ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਧਿਆਨ ਦੇਣਾ, ਇੱਥੇ ਤਨ ਦਾ ਜ਼ਿਕਰ ਆ, ਮਨ ਦਾ ਨਹੀਂ। ਤਨ ਦੇ ਜਿਹੜੇ ਕਲੇਸ਼ ਆ, ਗੁਰੂ ਦਾ ਨਾਮ ਤੇ ਉਹਨਾਂ ਕਲੇਸ਼ਾਂ, ਉਹਨਾਂ ਦੁੱਖਾਂ ਨੂੰ ਵੀ ਦੂਰ ਕਰਦਾ ਆ। ਪਰ ਫਰਜ਼ ਹੈ ਜ਼ਿੰਦਗੀ ਦਾ ਕਿ ਗੁਰੂ ਦੇ ਚਰਨਾਂ ਦੇ ਨਾਲ ਸਾਡੀ ਜ਼ਿੰਦਗੀ ਦਾ ਸਮਾਂ ਕਿਤੇ ਨਿਭਾਏ, ਕਿਉਂਕਿ ਬੰਦੇ ਕੋਲ ਹਰ ਚੀਜ਼ ਲਈ ਅੱਜ ਸਮਾਂ ਆ। ਨਹੀਂ ਸਮਾਂ ਤੇ ਖਿਮਾ ਕਰਿਓ ਗੁਰੂ ਲਈ ਨਹੀਂ ਹੈ। ਪ੍ਰਭਾਤੀ ਰਾਗ ਅੰਦਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ, ਮਾਇਆ ਮੋਹ ਸਗਲ ਜਗ ਛਾਇਆ। ਮਾਇਆ ਦੇ ਮੋਹ ਦੀ ਸਾਰੇ ਜਗ ਦੇ ਉੱਤੇ ਛਾਂ ਹੈ। ਕਾਮਣ ਦੇਖ ਕਾਮ ਲੋਭਾਇਆ ਸੁਤ ਕੰਚਨ ਸਿਉ ਹੇਤ ਵਧਾਇਆ। ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਬਾਕੀ ਬੰਦਾ ਸਾਰਾ ਕੁਝ ਆਪਣਾ ਮੰਨ ਕੇ ਬੈਠਾ ਹੈ। ਨਹੀਂ ਮੰਨ ਕੇ ਬੈਠਾ ਤੇ ਬੰਦਾ ਗੁਰੂ ਨੂੰ ਨਹੀਂ ਆਪਣਾ ਮੰਨ ਰਿਹਾ, ਮਾਲਕ ਨੂੰ ਨਹੀਂ ਆਪਣਾ ਮੰਨ ਰਿਹਾ। ਤੇ ਸਕੂਨ ਜਿੱਥੋਂ ਮਿਲਣਾ ਆ, ਸੱਚ ਇਹ ਹੈ, ਜਿੰਨਾ ਚਿਰ ਜੜ ਨਹੀਂ ਆ ਪਿਆਰਿਓ, ਜੜ ਤੋਂ ਬਿਨਾ ਟਹਿਣੀਆਂ ਦੀ, ਪੱਤਿਆਂ ਦੀ, ਫੁੱਲਾਂ ਦੀ, ਫਲਾਂ ਦੀ ਆਸ ਕਿੱਥੋਂ ਕੀਤੀ ਜਾ ਸਕੇਗੀ। ਇਸ ਲਈ ਜੜ ਮਾਲਕ ਦੀ ਬੰਦਗੀ ਹੈ। ਔਰ ਮਹਾਰਾਜ ਸਾਨੂੰ ਵਾਰ-ਵਾਰ ਇਹ ਸਮਝਾਉਂਦੇ ਆ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਈ। ਮਹਾਰਾਜ ਕਹਿੰਦੇ ਬੰਦਗੀ 'ਚ ਸੁੱਖ ਆ। ਵੱਡੜੇ ਝਾਲ ਚੁਲੰਬਲੇ ਨਾਵੜਾ ਲਿਆ ਕਿਸ। ਕਿਹਦਾ ਨਾਮ ਲਿਆ ਜਾਏ ਜ਼ਿੰਦਗੀ ਦੇ ਦੁੱਖ ਮਿਟ ਜਾਣ। ਵੱਡੜੇ ਝਾਲ ਚੁਲੰਬਲੇ ਨਾਵੜਾ ਲਿਆ ਕਿਸ। ਨਾਉ ਲਈਏ ਪਰਮੇਸ਼ਰੈ ਭੰਨਣ ਘੜਨ ਸਮਰੱਥ। ਸਿਮਰ 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 ਸੁਖ ਪਾਇਆ। ਕੁਝ ਬਚਨ ਹੋਰ ਅਸੀਂ ਪੜ੍ਹੀਏ। ਸੋਢੀ ਸੁਲਤਾਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਬਚਨ ਤੁਸੀਂ ਪੜ੍ਹਦੇ ਹੋ, ਯਾਦ ਹੈ ਤੁਹਾਨੂੰ। ਧਨਾਸਰੀ ਰਾਗ ਅੰਦਰ ਆਮ ਤੌਰ ਤੇ ਅਸੀਂ ਹੁਕਮਨਾਮੇ ਦੇ ਰੂਪ 'ਚ ਇਹਨਾਂ ਬਚਨਾਂ ਨੂੰ ਪੜ੍ਹਦੇ ਹਾਂ। ਹਜ਼ੂਰ ਬਾਬਾ ਜੀ ਕਹਿੰਦੇ ਆ, ਬੰਦਗੀ 'ਚੋਂ ਕਿੰਨਾ ਕੁਝ ਮਿਲਦਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਅਕਾਲ ਪੁਰਖ ਸਭ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ।
ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸਿਮਰ 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 ਸੁਖ ਪਾਇਆ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਗੁਰੂ ਰਾਮਦਾਸ ਸਾਹਿਬ ਕਹਿੰਦੇ ਆ, ਹਜ਼ੂਰ ਕਹਿੰਦੇ ਨੇ ਜਪ ਮਨ ਸਤਨਾਮ, ਸਦਾ ਸਤਨਾਮ। ਜਪਿਆ ਕਰ ਸਦੀਵੀ ਤੌਰ ਤੇ, ਜਪ ਮਨ ਸਤਨਾਮ ਸਦਾ ਸਤਨਾਮ। ਮਹਾਰਾਜ ਜਪਣ ਨਾਲ ਮਿਲਣਾ ਕੀ ਹੈ? ਹਲਤ ਪਲਤ ਮੁਖ ਉਜਲ ਹੋਈ ਹੈ। ਧਿਆਨ ਦੇਣਾ, ਬੰਦਗੀ ਤੋਂ ਬਿਨਾ ਮੁਖ ਵੀ ਉਜਲਾ ਨਹੀਂ ਹੋਣਾ, ਬੰਦਗੀ ਤੋਂ ਬਿਨਾ ਮੁਖ ਵੀ ਮੈਲਾ ਆ। ਗੁਰੂ ਨਾਨਕ ਸਾਹਿਬ ਧਨਾਸਰੀ ਰਾਗ ਅੰਦਰ ਕਹਿੰਦੇ ਆ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਜਿਹੜੀ ਜ਼ਿੰਦਗੀ ਦਾਗੀ ਹੋ ਜਾਏ, ਸਮਾਂ ਪਾ ਕੇ ਦੋਸ਼ ਬਣ ਜਾਂਦਾ। ਔਰ ਜਿਹੜਾ ਮੁਖੜਾ ਹੀ ਦੋਸ਼ੀ ਹੈ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ? ਸਰੂਪ ਤੇ ਲੈ ਕੇ ਜਾਏਗਾ ਹੀ ਨਾ, ਪਰ ਦੱਸ ਤੇਰੇ ਕੋਲ ਸਰੂਪ ਕਿਹੜਾ ਹੋਏਗਾ? ਬੰਦਗੀ ਹੀ ਮੁਖ ਉਜਲਾ ਕਰਦੀ ਹੈ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਫਿਰ ਕਹਿੰਦੇ, ਜੈ ਹਰ ਸਿਮਰਨ ਭਇਆ। ਜਿੱਥੇ ਗੁਰੂ ਦੀ ਬੰਦਗੀ ਹੈ, ਸਿਮਰਨ ਹੈ, ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ। ਜਨ ਨਾਨਕ ਕਉ ਗੁਰ ਏ ਮਤ ਦੀਨੀ, ਜਪ ਹਰ ਭਵਜਲ ਤਰਨਾ। ਸਿਮਰ 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 ਸੁਖ ਪਾਇਆ। ਅੱਜ ਦਾ ਇਹ ਬਚਨ ਹੈ, ਬੰਦਗੀ ਦੇ ਨਾਲ, ਸਿਮਰਨ ਦੇ ਨਾਲ ਹੀ ਸਕੂਨ, ਜਿਹੜਾ ਸਦੀਵੀ ਸੁੱਖ ਆ, ਉਹ ਗੁਰੂ ਦੇ ਨਾਮ, ਗੁਰੂ ਦੀ ਬਾਣੀ ਚੋਂ ਮਾਣਿਆ ਜਾਂਦਾ। ਹੋਰ ਅਸੀਂ ਸ਼ਬਦ ਪੜ੍ਹੀਏ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਹਜ਼ੂਰ ਮਾਲਕ ਕਹਿੰਦੇ ਆ, ਅਬੇ ਨਾਸੀ ਜੀਵਨ ਕੋ ਦਾਤਾ। ਦੁਨੀਆ ਦਾ ਦਾਤਾ ਕੌਣ ਹੈ? ਜਿਹਨੇ ਕਦੇ ਬਿਨਸਣਾ ਨਹੀਂ। ਅਬੇ ਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਬੰਦਗੀ ਅੰਦਰ ਦੀ ਮੈਲ ਨੂੰ ਦੂਰ ਕਰਦੀ ਹੈ। ਕਈ ਬਚਨ ਤੁਸੀਂ ਪੜ੍ਹੋਗੇ ਨਾ, ਤੁਹਾਨੂੰ ਇੰਨਾ ਸਕੂਨ, ਆਨੰਦ ਪ੍ਰਤੀਤ ਹੋਏਗਾ। ਵੇਖੋ, ਬਾਹਰੀ ਤੌਰ ਤੇ ਨਾ ਭਾਂਡੇ ਧੋਣ ਵਾਸਤੇ ਸਾਧਨ ਹੋ ਰਿਹਾ, ਭਾਂਡੇ ਦੇ ਵਿੱਚ ਪਾਉਣ ਵਾਲੀ ਵਸਤੂ ਹੋ ਰਿਹਾ। ਹੁਣ ਭਾਂਡਾ ਮੈਲਾ ਹੋ ਜਾਏ, ਅਸੀਂ ਸਾਬਣ ਨਾਲ, ਪਹਿਲੀਆਂ 'ਚ ਸਵਾਹ ਦੇ ਨਾਲ, ਮਿੱਟੀ ਨਾਲ ਲੋਕੀ ਮਾਂਜਦੇ ਸਨ। ਜਿਹਦੇ ਨਾਲ ਮਾਂਜਿਆ ਗਿਆ ਭਾਂਡਾ, ਉਹ ਵਸਤੂ ਤੇ ਨਹੀਂ ਨਾ ਉਹਦੇ 'ਚ ਪੈਂਦੀ, ਵਸਤੂ ਪਾਉਣ ਵਾਲੀ, ਖਾਣ ਵਾਲੀ ਕੋਈ ਹੋਰ ਹੈ। ਪਰ ਮਹਾਰਾਜ ਕਹਿੰਦੇ, ਬੰਦਗੀ ਏਡੀ ਕਮਾਲ ਦੀ ਦਾਤ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮਨ ਦੀ ਮੈਲ ਲਾਉਣੀ ਹੈ ਤੇ ਤਾਂ ਵੀ ਗੁਰੂ ਦਾ ਸਿਮਰਨ ਆ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਟਿਕਣਾ ਵੀ ਉਸੇ ਦਾਤ ਨੇ ਹੈ ਤੇ ਕਮਾਲ ਹੈ, ਧੋਇਆ ਵੀ ਇਸੇ ਦਾਤ ਦੇ ਨਾਲ ਜਾਣਾ। ਸਿਮਰਤ ਸਭ ਮਲ ਖੋਈ, ਗੁਣ ਨਿਧਾਨ। ਭਗਤਨ ਕਉ ਬਰਤਨ ਬਿਰਲਾ ਪਾਵੇ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਸਿਮਰ 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 ਸੁਖ ਪਾਇਆ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾ ਕੀ ਸ਼ਰਨ ਪਿਆ ਸੁਖ ਪਾਈ ਹੈ, ਬੌੜ ਦੁੱਖ ਨਾ ਹੋਈ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ, ਦੁਨੀਆ ਦਾ ਸੁੱਖ ਸਮੇਂ ਦੇ ਨਾਲ ਦੁੱਖ 'ਚ ਤਬਦੀਲ ਹੋ ਸਕਦਾ, ਪਰ ਜਿਹੜਾ ਸੁੱਖ ਗੁਰੂ ਦੇ ਚਰਨਾਂ ਵਿੱਚੋਂ ਮਿਲਦਾ ਨਾ ਪਿਆਰਿਓ, ਉਹ ਸੁੱਖ ਨੇ ਕਦੇ ਵੀ ਦੁੱਖ ਦੇ ਵਿੱਚ ਤਬਦੀਲ ਨਹੀਂ ਹੋਣਾ। ਇੱਥੇ ਤੇ ਸੱਚ ਇਹ ਹੈ, ਚਰਖੜੀਆਂ ਤੇ ਚੜ੍ਹ ਕੇ ਵੀ ਭਾਵੇਂ ਉਹ ਸੰਸਾਰ ਦਾ ਦੁੱਖ ਹੋਵੇ, ਪਰ ਚਰਖੜੀਆਂ ਤੇ ਚੜ੍ਹ ਕੇ ਵੀ ਉਹਨਾਂ ਦੁਨੀਆ ਨੂੰ ਸੁੱਖ ਦਾ ਸੁਨੇਹਾ ਦਿੱਤਾ। ਆਰੇ ਥੱਲੇ ਖੜੋ ਕੇ, ਦੇਗਾਂ ਵਿੱਚ ਉਬਲਦਿਆਂ, ਰੂੰ ਦੀ ਬੋਰੀ ਵਿੱਚ ਬੰਨ੍ਹ ਕੇ ਜ਼ਿੰਦਗੀ ਨੂੰ, ਤਨ ਨੂੰ ਖਤਮ ਕਰਨ ਦਾ ਯਤਨ ਕੀਤਾ ਜਾਏ, ਪਰ ਉਹਨਾਂ ਉਸ ਦੁੱਖ ਦੇ ਵਿੱਚੋਂ ਵੀ ਸੰਸਾਰ ਨੂੰ ਸੁੱਖ ਦਾ ਸੁਨੇਹਾ ਦਿੱਤਾ।
ਕਿਉਂਕਿ ਗੁਰੂ ਦੇ ਨਾਮ ਚੋਂ ਮਿਲਿਆ ਸੁੱਖ ਕਦੇ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਾਇਆ ਸੁਖ ਪਾਈਐ ਬਹੁੜ, ਦੁਖ ਨਾ ਹੋਈ ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ ਇਸ ਤਿਨ ਕੀ ਧੂੜ। ਮਹਾਰਾਜ ਕਹਿੰਦੇ ਉਹਨਾਂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੈਂ ਵੀ ਮੰਗਦਾ ਆ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਨਾਮ ਟਿਕ ਜਾਂਦਾ ਆ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਨੂੰ ਪੁੱਛੀਏ, ਮਹਾਰਾਜ ਤੁਸੀਂ ਅੱਜ ਕਾਇਨਾਤ ਲਈ ਇਹ ਸੁਨੇਹਾ ਦੇ ਰਹੇ ਹੋ, ਸਿਮਰ 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 ਸੁਖ ਪਾਇਆ। ਬੰਦਗੀ ਦੇ ਨਾਲ ਜੀਵਨ ਵਿੱਚ ਸੁੱਖ ਮਿਲਦਾ ਹੈ, ਪਰ ਐਸੇ ਵੀ ਦੁਨੀਆ 'ਚ ਹਨ ਜਿਨ੍ਹਾਂ ਸਿਮਰਨ ਦੇ ਨਾਲ ਸੁੱਖ ਮਾਣਿਆ ਹੋਵੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ਿੰਦਗੀ ਨੂੰ ਰੱਬੀ ਬਾਣੀ 'ਚ ਦਰਜ ਕੀਤਾ। ਹਜ਼ੂਰ ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਗੁਰੂ ਦੇ ਦਰ ਵੱਲ ਕਦੀ ਵੇਖ ਤੇ ਸਹੀ, ਗੁਰੂ ਦੇ ਦਰ ਨੂੰ ਮੰਨਣ ਵਾਲਿਆਂ ਨੂੰ ਕੀ ਕੁਝ ਮਿਲਿਆ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹੇ ਸਿਮਰਤ ਗਨਕਾਸੀ ਉਧਰੀ। ਇੱਕ ਪਾਸੇ ਉਹ ਜ਼ਿੰਦਗੀ ਜਿਹਨੂੰ ਸਾਰੇ ਲੋਕ ਮਾੜੀ ਨਜ਼ਰ ਤੇ ਮੈਲੇ ਬੋਲਾਂ ਦੇ ਨਾਲ ਪੁਕਾਰਦੇ ਹੋਣ, ਪਰ ਬੰਦਗੀ ਵਿੱਚ ਇਹ ਤਾਕਤ ਹੈ, ਉਸ ਗਨਕਾ ਦੇ ਗੁਨਾਹਾਂ ਨੂੰ, ਪਾਪਾਂ ਨੂੰ ਗੁਰੂ ਦੇ ਨਾਮ ਨੇ ਧੋ ਕੇ ਰੱਖ ਦਿੱਤਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾਕੋ ਜਸ ਉਰ ਧਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਧਰੂ ਜੀ ਛੋਟੀ ਜਿਹੀ ਉਮਰ, ਬਾਪ ਦੀ ਗੋਦੀ ਵਿੱਚੋਂ ਧੱਕਾ ਮਿਲਿਆ, ਰੋਂਦਿਆਂ ਹੋਇਆਂ ਮਾਂ ਨੂੰ ਪੁੱਛਿਆ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਣ ਮੀਤਾ। ਮਾਂ ਐਸਾ ਕੀ ਕਰਾਂ, ਮੈਨੂੰ ਦੁਸ਼ਮਣ ਵੀ ਮਿੱਤਰ ਪ੍ਰਤੀਤ ਹੋਣ, ਮਿਲ ਜਾਣ ਤੇ ਰਾਜ ਵੀ ਮਿਲ ਜਾਏ। ਮਾਂ ਕਮਾਈ ਵਾਲੀ ਸੀ, ਉਹ ਕਹਿੰਦੀ, ਬੇਟਾ ਪਰਮੇਸ਼ਰ ਅਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤਾ। ਮਾਲਕ ਦੇ ਨਾਮ ਦੇ ਨਾਲ ਜੁੜ, ਬਾਪ ਦੇ ਦਰ ਦੀ ਤੇ ਗੱਦੀ ਬਹੁਤ ਛੋਟੀ ਹੈ, ਇਹਨਾਂ ਰਾਜ ਗੱਦੀਆਂ ਨੂੰ ਕੀ ਕਰਨਾ ਹੈ। ਬੰਦਗੀ ਐਸੀ ਹੈ, ਲੋਕ ਤੈਨੂੰ ਜਪਿਆ ਕਰਨਗੇ। ਅੱਜ ਗੁਰੂ ਗ੍ਰੰਥ ਸਾਹਿਬ ਚੋਂ ਪੁੱਛੋ, ਮਹਾਰਾਜ ਨਾਮ ਕਿਵੇਂ ਜਪਣਾ ਚਾਹੀਦਾ, ਤੇ ਅੱਗਿਓਂ ਉਦਾਹਰਨ ਮਿਲਦੀ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਤੈਂ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ। ਹਜ਼ੂਰ ਬਾਬਾ ਜੀ ਕਹਿੰਦੇ ਆ, ਕੱਲੀ ਇਨਸਾਨੀ ਜ਼ਿੰਦਗੀ ਦੀ ਗੱਲ ਨਹੀਂ, ਇੱਥੇ ਤੇ ਜੀਵ ਜੰਤੂ ਵੀ ਜਿਨ੍ਹਾਂ ਮਾਲਕ ਨੂੰ ਧਿਆਇਆ, ਮਾਲਕ ਤੇ ਉਹਨਾਂ ਨੂੰ ਵੀ ਬੰਧਨਾਂ ਤੋਂ ਆਜ਼ਾਦ ਕਰ ਦਿੰਦਾ। ਮਹਿਮਾ ਨਾਮ ਕਹਾਂ ਲਓ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਅਜ਼ਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਭੀ ਉਤਰੈ ਪਾਰਾ। ਸਿਮਰ 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 ਸੁਖ ਪਾਇਆ। ਬੰਦਗੀ ਨੇ ਜੀਵਨ ਨੂੰ ਆਤਮਿਕ ਸੁਖ ਦਿੱਤਾ। ਔਰ ਜਿਹੜੇ ਪਿਆਰਿਓ ਇਸ ਰਾਹ ਤੇ ਚੱਲ ਪਏ, ਕਿਉਂਕਿ ਜਿੱਥੇ ਬੰਦਗੀ ਹੈ, ਜਿੱਥੇ ਗੁਰੂ ਦੀ ਯਾਦ ਆ, ਉੱਥੇ ਗੁਰੂ ਸਦਾ ਹੀ ਵਸਦਾ ਆ। ਔਰ ਬੰਦਗੀ ਵਾਲਿਆਂ ਦੇ ਬੇੜੇ ਪਾਰ ਹੋਏ। ਅਨੇਕਾਂ ਉਦਾਹਰਨਾਂ, ਇਤਿਹਾਸ ਬੰਦਗੀ ਵਾਲਿਆਂ ਦੇ ਨਾਲ ਤੇ ਭਰਿਆ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੱਲ ਹੀ ਮਾਲਕ ਨੇ ਬੰਦਗੀ ਵਾਲਿਆਂ ਦੀ ਕੀਤੀ। ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਬਸਾਇਆ। ਬੰਦਗੀ ਦੇ ਨਾਲ ਹੀ ਗੁਰੂ ਪਿਤਾ ਦੇ ਚਰਨ, ਗੁਰੂ ਪਿਤਾ ਦਾ ਉਪਦੇਸ਼, ਗੁਰੂ ਪਿਤਾ ਦੇ ਦਰ ਦੀਆਂ ਮੁਹੱਬਤਾਂ ਸਾਂਝਾਂ ਹਿਰਦੇ ਦੇ ਵਿੱਚ ਸਦੀਵੀ ਤੌਰ ਤੇ ਵਸ ਜਾਂਦੀਆਂ। ਹਿਰਦੇ ਵਿੱਚ ਵਸਣ ਤੋਂ ਭਾਵ ਆ, ਸਾਡੀ ਜਿਹੜੀ ਜ਼ਿੰਦਗੀ ਦੇ ਖਿਆਲ ਆ, ਸਾਡੇ ਜਜ਼ਬਾਤ ਆ,
ਸਾਡੀ ਸੋਚ ਵਿਚਾਰ ਦਾ ਦਾਇਰਾ ਆ ਉਹ ਮਾਲਕ ਦੀ ਯਾਦ ਤੋਂ ਬਿਨਾ ਫਿਰ ਕਿਸੇ ਪਾਸੇ ਨਹੀਂ ਜਾਂਦਾ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਚਰਨ ਕਮਲ ਗੁਰ ਹਿਰਦੈ ਬਸਾਇਆ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ। ਜਿਹਦਾ ਨਾਮ ਜਪਣਾ, ਜਿਹਦੇ ਚਰਨਾਂ ਨਾਲ ਜੁੜਨਾ ਹੈ, ਉਹ ਅਕਾਲ ਪੁਰਖ ਸਤਿਗੁਰੂ ਸਵਰੂਪ ਦਾਤਾ ਪੂਰਾ ਹੈ, ਉਹ ਅਧੂਰਾ ਨਹੀਂ। ਧਿਆਨ ਦੇਣਾ, ਦੁਨੀਆ ਤੇ ਬੜੇ ਦੇਵੀ ਦੇਵਤੇ ਪੀਰ ਪੈਗੰਬਰ ਦੁਨੀਆ ਤੇ ਆਏ, ਉਹਨਾਂ ਦੇ ਨਾਵਾਂ ਦੇ ਨਾਲ ਲਫ਼ਜ਼ ਜੁੜੇ ਜੀ। ਇਹ 12 ਕਲਾ ਹੈ, ਇਹ 14 ਕਲਾ ਹੈ, ਇਹ 16 ਕਲਾ ਸੰਪੂਰਨ ਹੈ, ਆਮ ਤੌਰ ਤੇ ਕਿਹਾ ਜਾਂਦਾ ਹੈ। ਪਰ ਜਦੋਂ ਗੁਰੂ ਦੀ ਗੱਲ ਆਈ ਨਾ, ਸੱਚੇ ਪਾਤਸ਼ਾਹ ਕਹਿੰਦੇ ਆ ਸਾਡਾ ਦਾਤਾ 12, 14 ਜਾਂ 16 ਕਲਾ ਸੰਪੂਰਨ ਨਹੀਂ। ਇੱਥੇ ਤੇ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਗੁਰੂ ਸਾਰੀਆਂ ਹੀ ਕਲਾ ਵਿੱਚ ਸਮਰੱਥ ਆ। ਬੰਦਗੀ ਦੇ ਵਿੱਚੋਂ ਆਤਮਿਕ ਸੁੱਖ ਹੈ ਹੀ ਹੈ, ਬੰਦਗੀ ਵਿੱਚੋਂ ਸੰਸਾਰੀ ਸੁੱਖ ਵੀ ਘਨੇਰਾ ਮਾਣਿਆ ਜਾਂਦਾ। ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਬਸਾਇਆ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸਹਿ ਅਰਾਧ ਮੇਰਾ ਮਨ ਧੀਰਾ ਰਹਾਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਸਤਿਗੁਰੂ ਸੰਪੂਰਨ ਆ। ਜਿਹਨੇ ਜਿਹਨੇ ਮਾਲਕ ਨੂੰ ਅਰਾਧ ਲਿਆ, ਜਿਹਨੇ ਜਿਹਨੇ ਉਹਦੇ ਚਰਨਾਂ ਦੇ ਨਾਲ ਸਾਂਝ ਬਣਾਈ, ਉਹਦੀ ਜ਼ਿੰਦਗੀ ਨੂੰ ਸਦੀਵੀ ਤੌਰ ਤੇ ਧੀਰਜ ਮਿਲ ਜਾਂਦਾ। ਇੱਕ ਛੋਟਾ ਜਿਹਾ ਇਤਿਹਾਸ ਦਾ ਬੋਲ ਕਹਿ ਕੇ ਅੱਗੇ ਤੁਰੀਏ। ਗੁਰੂ ਸਾਹਿਬਾਨਾਂ ਨੂੰ ਜਦੋਂ ਸੰਸਾਰੀ ਦੁਨੀਆ ਨੇ ਮਾਣਿਆ ਨਾ ਪਿਆਰਿਓ, ਜਦੋਂ ਗੁਰੂ ਨੂੰ ਮਾਣਿਆ ਜਾਂਦਾ ਹੈ, ਉਹਦੇ ਵਿੱਚ ਜਾਤ ਪਾਤ ਮਜ਼ਹਬਾਂ ਦੀਆਂ ਖੇਡਾਂ ਨਹੀਂ ਹੁੰਦੀਆਂ। ਗੁਰੂ ਨੂੰ ਜਿਹਨੇ ਮਾਣਿਆ ਉਹਨੇ ਰੂਹਾਨੀਅਤ ਤੋਂ ਹੀ ਮਾਣਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਨਾ, ਤੇ ਸੱਚੇ ਪਾਤਸ਼ਾਹ ਨੂੰ ਮੰਨਣ ਵਾਲਾ ਸੈਯਦ ਸ਼ਾਹ ਭੀਖ, ਜਿਨ੍ਹਾਂ ਨੂੰ ਭੀਖਣ ਸ਼ਾਹ ਜੀ ਕਹਿੰਦੇ ਆ, ਉਹਨਾਂ ਉਦਣ ਹੀ ਮੰਨ ਲਿਆ ਜਿੱਦਣ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਸੈਯਦ ਪੀਰ ਸ਼ਾਹ ਭੀਖ ਦੇ ਭੂਆ ਦਾ ਪੁੱਤਰ ਹੈ ਸੈਯਦ ਪੀਰ ਬਦਰੂਦੀਨ ਜੀ, ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਜੀ ਆਨੇ ਆਪਾਂ। ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲਾ ਮਿਲਾਪ ਹੋਇਆ ਪਾਤਸ਼ਾਹ ਦੇ ਚਰਨਾਂ ਦਾ, ਔਰ ਪੀਰ ਬਦਰੂਦੀਨ ਦੀ ਸਾਂਝ ਬਣ ਗਈ ਗੁਰੂ ਸਾਹਿਬ ਦੇ ਚਰਨਾਂ ਨਾਲ। ਸਮਾਂ ਆਇਆ ਸਨ 1686 ਈਸਵੀ, 20 ਵਰਿਆਂ ਦੇ ਆ ਗੁਰੂ ਕਲਗੀਧਰ ਮਹਾਰਾਜ, ਜਿਸ ਦਿਨ ਪਾਉਂਟਾ ਸਾਹਿਬ ਦੀ ਧਰਤੀ ਤੇ ਪੰਘਾਣੀ ਦੇ ਇਲਾਕੇ ਦੇ ਵਿੱਚ ਪਹਿਲਾ ਯੁੱਧ ਹੋਇਆ। ਲਮੇਰਾ ਪਾਕਿਆ, ਮੈਂ ਸਿਰਫ ਗੱਲ ਇੰਨੀ ਹੀ ਕਰੀਏ, ਬੰਦਗੀ ਔਰ ਬੰਦਗੀ ਦੇ ਨਾਲ ਹਿਰਦੇ ਨੂੰ ਧੀਰਜ ਮਿਲਿਆ, ਟਿਕਾ ਮਿਲਦਾ। ਜਿਸ ਦਿਨ ਜੰਗ ਹੋਣਾ ਨਾ, ਉਹਦੇ ਤੋਂ ਠੀਕ ਇੱਕ ਦਿਨ ਪਹਿਲਾਂ 700 ਉਦਾਸੀਆਂ ਵਿੱਚੋਂ 699 ਰਾਤੋਂ ਰਾਤ ਦੌੜ ਗਏ। ਇੱਕੋ ਰਹਿ ਗਏ ਮਹੰਤ ਕਿਰਪਾਲ ਦਾਸ ਉਦਾਸੀ, ਲੁਧਿਆਣੇ ਲਾਗੇ ਪਿੰਡ ਹੈ ਉਹਨਾਂ ਦਾ ਹੇਹਰਾ, ਉੱਥੋਂ ਦੇ ਰਹਿਣ ਵਾਲੇ ਸਨ। ਔਰ 500 ਪਠਾਨ ਦਿੱਲੀ ਦੀ ਧਰਤੀ ਦੇ ਕੱਢੇ ਹੋਏ। ਸੈਯਦ ਪੀਰ ਬਦਰੂਦੀਨ ਦੀ ਸਿਫਾਰਿਸ਼ ਤੇ ਮਹਾਰਾਜ ਰੱਖੇ 400 ਰਾਤ ਨੂੰ ਉਹ ਵੀ ਦੌੜ ਗਏ। ਅਗਲੇ ਦਿਨ ਦਾ ਚੜਾ ਜੰਗ ਦਾ ਬਿਗਲ ਵੱਜਣ ਵਾਲਾ ਹੈ, ਔਰ ਸਿੱਖਾਂ ਦੱਸਿਆ ਮਹਾਰਾਜ ਕੋਈ ਆਪਣੇ ਕੋਲੋਂ 1100 ਬੰਦਾ ਤੇ ਰਾਤੋਂ ਰਾਤ ਦੌੜ ਗਿਆ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਅਕਾਲ ਪੁਰਖ ਭਲੀ ਕਰੇਗਾ। ਖੈਰ ਮੈਦਾਨੇ ਜੰਗ ਹੋਇਆ। ਪੀਰ ਬੁੱਧੂ ਸ਼ਾਹ ਜੀ ਨੂੰ ਪਤਾ ਲੱਗਾ ਨਾ, ਉਹ ਆਪਣੇ 4 ਪੁੱਤ, 2 ਭਰਾ, ਬਜ਼ੁਰਗ ਬਾਪੂ ਤੇ 700 ਮੁਰੀਦਾਂ ਨੂੰ ਲੈ ਕੇ ਮੈਦਾਨੇ ਜੰਗ ਸਾਹਿਬਾਂ ਨੂੰ ਸਜਰੀ ਮਦਦ ਦਿੱਤੀ ਔਰ ਮੈਦਾਨੇ ਜੰਗ ਲੜੇ। ਇਸ ਮੈਦਾਨੇ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ 2 ਪੁੱਤ ਸ਼ਹੀਦ ਹੋਏ। ਜੰਗ ਜਿੱਤਿਆ ਗਿਆ, ਸ਼ਾਮ ਪੈ ਗਈ, ਸ਼ਹੀਦਾਂ ਦਾ ਸਾਂਝ ਸੰਭਾਲ ਹੋ ਗਈ, ਜ਼ਖਮੀਆਂ ਨੂੰ ਸੰਭਾਲਿਆ ਗਿਆ ਔਰ ਮਹਾਰਾਜ ਟਿਕ ਗਏ। ਪੀਰ ਬੁੱਧੂ ਸ਼ਾਹ ਜੀ ਨਾ
ਤੁਰੇ ਆ ਰਹੇ ਤੇ ਮਹਾਰਾਜ ਦੇ ਤੰਬੂ ਦੇ ਨਜ਼ਦੀਕ ਆ ਕੇ ਬਾਹਰ ਖੜੋਤੇ ਸੇਵਾਦਾਰ ਨੂੰ ਆਂਦੇ ਆ, ਗੁਰਮੁਖਾ ਪਾਤਸ਼ਾਹ ਦੇ ਦੀਦਾਰ ਕਰਨੇ ਆ। ਉਹ ਸਿੱਖ ਆਖਣ ਲੱਗਾ, ਪੀਰ ਜੀ ਜੀ ਆਇਆਂ ਨੂੰ, ਪਰ ਬੇਨਤੀ ਹੈ ਮਹਾਰਾਜ ਹੁਣ ਟਿਕ ਗਏ ਆ, ਆਰਾਮ ਵਿੱਚ ਆ, ਸਵੇਰੇ ਮਿਲ ਲਿਓ, ਕੋਈ ਗੱਲ ਨਹੀਂ। ਪੀਰ ਜੀ ਕਹਿੰਦੇ ਮੈਂ ਕੋਈ ਗੱਲ ਜ਼ਰੂਰੀ ਕਰਨੀ ਸੀ, ਕੋਈ ਪਿਆਰ ਦੀ ਖੇਡ, ਕੋਈ ਪਿਆਰ ਦੀ ਸਾਂਝ ਦੀ ਗੱਲ ਹੈ, ਔਰ ਇਦਾਂ ਦੇ ਬਚਨ ਸਾਰੀ ਸੰਗਤ 'ਚ ਨਹੀਂ ਹੋ ਸਕਦੇ। ਪੀਰ ਜੀ ਦੀ ਵਾਰਤਾਲਾਪ ਨੂੰ ਅੰਦਰ ਜਦੋਂ ਬਾਜਾਂ ਵਾਲੇ ਪ੍ਰੀਤਮ ਸੁਣਿਆ ਨਾ, ਮਹਾਰਾਜ ਆਪਣੇ ਸੀਸ ਦੇ ਉੱਪਰੋਂ ਦੁਮਾਲਾ ਲਾਇਆ ਹੋਇਆ ਕੇਸਾਂ ਨੂੰ ਕੰਘਾ ਕਰ ਰਹੇ ਸਨ। ਮਹਾਰਾਜ ਆਵਾਜ਼ ਦਿੱਤੀ, ਪੀਰ ਜੀ ਅੰਦਰ ਆ ਜਾਓ। ਤੰਬੂ ਦਾ ਪੱਲਾ ਚੁੱਕਿਆ ਤੇ ਪੀਰ ਜੀ ਅੰਦਰ ਚਲੇ ਗਏ। ਮੱਥਾ ਟੇਕਿਆ, ਕਹਿਣ ਲੱਗੇ, ਪਾਤਸ਼ਾਹ ਹੋ ਸਕਦਾ ਮੈਂ ਸਵੇਰੇ ਮੂੰਹ ਨੇਰੇ ਹੀ ਚਲਿਆ ਜਾਵਾਂ, ਬਸ ਮੇਰੀ ਹਾਜ਼ਰੀ, ਮੇਰੀ ਸੇਵਾ ਆਪਣੇ ਚਰਨਾਂ 'ਚ ਪ੍ਰਵਾਨ ਕਰਿਓ। ਬਾਜਾਂ ਵਾਲੇ ਸਤਿਗੁਰੂ ਕਹਿੰਦੇ, ਪੀਰ ਜੀ ਤੁਹਾਡਾ ਧੰਨਵਾਦ ਹੈ, ਸਮੇਂ ਨਾਲ ਤੁਸੀਂ ਬੜੀ ਸਾਡੀ ਮਦਦ ਕੀਤੀ ਹੈ। ਪੀਰ ਜੀ ਕਹਿਣ ਲੱਗੇ, ਨਹੀਂ ਮਹਾਰਾਜ ਮਦਦ ਕਾਹਦੀ। ਪਾਤਸ਼ਾਹ ਕਹਿਣ ਲੱਗੇ, ਅੱਛਾ ਇੱਕ ਹੋਰ ਗੱਲ, ਤੁਸੀਂ ਆਪਣੇ ਪੁੱਤ ਕੁਰਬਾਨ ਕਰਾ ਕੇ ਚੱਲੇ ਹੋ ਪੀਰ ਜੀ, ਕੁਝ ਮੇਰੇ ਕੋਲੋਂ ਲੈ ਜਾਓ ਮੰਗ ਕੇ। ਕਹਿਣ ਲੱਗੇ, ਮਹਾਰਾਜ ਕਿਸੇ ਚੀਜ਼ ਦੀ ਲੋੜ ਨਹੀਂ। ਸਤਿਗੁਰੂ ਕਹਿੰਦੇ ਆ, ਨਹੀਂ ਫਿਰ ਵੀ ਪੀਰ ਜੀ ਪੁੱਤ ਕੌਣ ਦਿੰਦਾ ਹੈ, ਤੁਸੀਂ ਤੇ ਆਪਣੇ ਪੁੱਤ ਕੁਰਬਾਨ ਕਰਾ ਲਏ ਸਿੱਖ ਪੰਥ ਲਈ, ਕੌਮ ਲਈ। ਔਰ ਕਮਾਲ ਦੇ ਬਚਨ ਕਹੇ ਪੀਰ ਬੁੱਧੂ ਸ਼ਾਹ ਨੇ, ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਪਹਿਲੀ ਬੇਨਤੀ ਇਹ ਹੈ, ਤੁਹਾਡਾ ਤੇ ਮੇਰਾ ਜਦੋਂ ਵੀ ਮਿਲਾਪ ਹੋਵੇ, ਪੁੱਤ ਮੇਰੇ ਭੇਟ ਸਨ, ਔਰ ਮਹਾਰਾਜ ਭੇਟਾ ਦਾ ਕਦੇ ਜ਼ਿਕਰ ਨਹੀਂ ਕਰੀਦਾ। ਮੈਂ ਜਦੋਂ ਵੀ ਮਿਲਾਂ ਤੁਹਾਨੂੰ, ਕਦੀ ਮੇਰੇ ਪੁੱਤਰਾਂ ਦਾ ਜ਼ਿਕਰ ਨਾ ਕਰਿਓ, ਇਹ ਭੇਟ ਸਨ ਤੁਹਾਡੀ ਤੇ ਤੁਹਾਡੇ ਅੱਗੇ ਭੇਟ ਕਰ ਦਿੱਤੇ ਆ, ਬਾਕੀ ਬਖਸ਼ਣ ਤੇ ਆਏ ਹੋ ਨਾ। ਆ ਜਿਹੜਾ ਕੰਘਾ ਆਪਣੇ ਕੇਸਾਂ ਦੇ ਵਿੱਚ ਕਰ ਰਹੇ ਹੋ, ਸਮੇਤ ਕੇਸਾਂ ਦੇ ਕੰਘਾ ਮੇਰੀ ਝੋਲੀ ਪਾ ਦਿਓ। ਹਜ਼ੂਰ ਨੇ ਦੁਮਾਲੇ ਥੱਲੇ ਬੰਨਣ ਵਾਲੀ ਇੱਕ ਛੋਟੀ ਕੇਸਕੀ ਔਰ ਕੇਸਾਂ ਸਮੇਤ ਕੰਘਾ ਪੀਰ ਜੀ ਦੀ ਝੋਲੀ ਪਾ ਕੇ ਪੁੱਛਿਆ, ਪੀਰ ਜੀ ਕੇਸਾਂ ਸਮੇਤ ਕੰਘਾ ਹੀ ਕਿਉਂ? ਕਹਿਣ ਲੱਗੇ, ਮਹਾਰਾਜ ਪੁੱਤਰ ਜਿਹੜੇ ਹੈ, ਔਲਾਦ ਜਿਹੜੀ ਹੈ, ਇਹ ਤੇ ਨਿਸ਼ਾਨੀ ਹੈ, ਤੇ ਨਿਸ਼ਾਨੀਆਂ ਸਮਾਂ ਪਾ ਕੇ ਮਿਟ ਜਾਂਦੀਆਂ ਹੁੰਦੀਆਂ। ਕੇਸ ਗੁਰੂ ਦੀ ਬਖਸ਼ੀ ਹੋਈ ਮੋਹਰ ਹੈ, ਔਰ ਲੱਗੀ ਹੋਈ ਮੋਹਰ ਮਹਾਰਾਜ ਕਦੇ ਮਿਟਦੀ ਨਹੀਂ। ਕਿਰਪਾ ਕਰਿਓ ਇਹ ਕੇਸਾਂ ਸਮੇਤ ਮੋਹਰ ਕੱਲੇ ਮੇਰੀ ਝੋਲੀ ਵਿੱਚ ਨਹੀਂ, ਰਹਿੰਦੀ ਦੁਨੀਆ ਤੱਕ ਮੇਰੀ ਅੰਸ ਬੰਸ ਵਿੱਚ ਤੇਰੀ ਮੋਹਰ ਜਿਹੜੀ ਹੈ ਵਸਦੀ ਰਹੇ। ਮਹਾਰਾਜ ਇਹ ਦਾਤ ਬਖਸ਼ੀ। ਖੈਰ ਪੀਰ ਜੀ ਘਰੇ ਚਲੇ ਗਏ। ਬਹੁਤ ਡਿਟੇਲ 'ਚ ਪੜ੍ਹਨਾ ਹੋਵੇ, ਨਸੀਰਾਂ ਬੇਗਮ ਨਾਂ ਆ ਕਿਤਾਬ ਦਾ, ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਲਿਖੀ ਹੋਈ। ਜਦੋਂ ਘਰ ਪਹੁੰਚੇ ਨਾ, ਨਸੀਰਾਂ ਬੇਗਮ ਉਹਨਾਂ ਦੀ ਪਤਨੀ ਆ, ਪੀਰ ਜੀ ਨੂੰ ਹੱਥ ਜੋੜ ਕੇ ਉਹਨੇ ਨਮਸਕਾਰ ਕੀਤੀ, ਕਹਿਣ ਲੱਗੀ, ਆ ਗਏ ਹੋ? ਨਜ਼ਰ ਮਾਰੀ, 2 ਪੁੱਤ ਸਨ ਨਾਲ, 2 ਨਹੀਂ ਆਏ। ਉਹਨੇ ਹੱਥ ਜੋੜ ਕੇ ਪੁੱਛਿਆ, ਪੀਰ ਜੀ ਬਾਕੀ 2 ਪੁੱਤ ਕਿੱਥੇ ਆ? ਪੀਰ ਜੀ ਨੇ ਗੱਲ ਨੂੰ ਟਾਲਿਆ, ਕਹਿਣ ਲੱਗੇ, ਨਸੀਰਾਂ ਵੇਖ ਮੈਂ ਬਾਜਾਂ ਵਾਲੇ ਸਾਹਿਬ ਕੋਲੋਂ ਕੀ ਲੈ ਕੇ ਆਇਆ। ਉਹਨੇ ਆਖਿਆ, ਪਤਾ ਹੈ ਪਾਤਸ਼ਾਹਾਂ ਦੇ ਪਾਤਸ਼ਾਹ ਕੋਲੋਂ ਆਏ ਹੋ, ਕੁਝ ਨਾ ਕੁਝ ਤੇ ਦੇ ਕੇ ਹੀ ਤੋਰਿਆ ਹੋਏਗਾ। ਆਖਿਆ, ਨਹੀਂ ਵੇਖ ਤੇ ਸਹੀ। ਕਹਿਣ ਲੱਗੀ, ਪਹਿਲਾਂ ਇਹ ਦੱਸੋ ਪੁੱਤ ਕਿੱਥੇ ਮੇਰੇ ਦੋਨੋਂ? ਪੀਰ ਜੀ ਨੇ ਆਪਣੇ ਪਰਨੇ ਦਾ ਪੱਲਾ ਖੋਲਿਆ, ਕੇਸਾਂ ਸਮੇਤ ਕੰਘਾ ਤੇ ਕੇਸਕੀ ਦਿਖਾ ਕੇ ਕਹਿੰਦੇ ਆ, ਨਸੀਰਾਂ ਬਾਜਾਂ ਵਾਲੇ ਪ੍ਰੀਤਮ ਨਾ ਪ੍ਰੇਮ ਦੀ ਮੰਡੀ ਲਾ ਕੇ ਬੈਠੇ ਸਨ, ਮੈਂ ਪੁੱਤ ਉਹਨਾਂ ਦੇ ਚਰਨਾਂ 'ਚ ਭੇਟ ਕਰ ਆਇਆ ਤੇ ਕੇਸਾਂ ਸਮੇਤ ਕੰਘਾ ਲੈ ਆਇਆ। ਨਸੀਰਾਂ ਬੇਗਮ ਦੀਆਂ ਅੱਖਾਂ ਭਰ ਗਈਆਂ, ਹਾਏ ਮੇਰੇ ਪੁੱਤ ਚਲੇ ਗਏ, ਮੇਰੇ ਪੁੱਤ ਕੁਰਬਾਨ ਹੋ ਗਏ, ਮੇਰੇ ਪੁੱਤ ਮੇਰੇ ਤੋਂ ਵਿਛੜ ਗਏ, ਮਾਂ ਸੀ। ਔਰ ਪੀਰ ਜੀ ਨੇ ਨਾ ਉਹ ਕੰਘਾ ਕੇਸਾਂ ਸਮੇਤ ਨਸੀਰਾਂ ਬੇਗਮ ਦੇ ਮਸਤਕ ਨੂੰ ਲਾ ਕੇ ਆਖਿਆ, ਬਾਜਾਂ ਵਾਲੇ ਪਾਤਸ਼ਾਹ ਤੇਰੇ ਨਾਮ ਤੋਂ ਬਿਨਾ, ਤੇਰੀ ਬਖਸ਼ਿਸ਼ ਤੋਂ ਬਿਨਾ ਇਹਨੂੰ ਧੀਰਜ ਨਹੀਂ ਮਿਲ ਸਕਦਾ, ਮਿਹਰ ਕਰੋ ਇਹਦੇ ਅੰਦਰ ਨੂੰ ਟਿਕਾ ਮਿਲੇ। ਤੇ ਇਤਿਹਾਸ ਕਹਿੰਦਾ ਜੀ, ਨਸੀਰਾਂ ਬੇਗਮ ਰੋਂਦਿਆਂ ਰੋਂਦਿਆਂ ਚੌਂਕੜਾ ਮਾਰ ਕੇ ਬੈਠੀ। ਕੁਝ ਸਮਾਂ ਅੱਲਾਹ ਤਾਲਾ ਖੁਦਾ ਦੀ ਯਾਦ ਵਿੱਚ ਜੁੜੀ। ਜਦੋਂ ਅੱਖਾਂ ਖੁੱਲੀਆਂ ਨਾ,
ਤੇ ਪੀਰ ਜੀ ਕੋਲ ਬੈਠਿਆ ਕਹਿੰਦੇ ਆ, ਨਸੀਰਾਂ ਕੁਝ ਵੇਖਿਆ, ਕੁਝ ਮਹਿਸੂਸ ਹੋਇਆ? ਕਹਿਣ ਲੱਗੀ, ਪੀਰ ਜੀ ਤੁਹਾਡੇ ਤੇ ਅਜੇ ਵੀ ਸ਼ਿਕਵਾ ਆ, ਮੇਰਾ ਸ਼ਿਕਾਇਤ ਹੈ ਤੁਹਾਡੇ ਤੇ। ਉਹਨਾਂ ਆਖਿਆ, ਅਜੇ ਵੀ ਸ਼ਿਕਾਇਤ ਹੈ? ਕਿਹੜੀ ਗੱਲ ਦੀ? ਆਖਿਆ, ਸ਼ਿਕਾਇਤ ਬਦਲ ਗਈ ਹੈ, ਪਰ ਮੈਂ ਜਦੋਂ ਜੁੜ ਕੇ ਬੈਠੀ ਆ ਨਾ, ਜਿਹੜੇ ਪੁੱਤ ਕੁਰਬਾਨ ਹੋ ਗਏ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਜੇ ਤੇ ਖੱਬੇ ਗੋਦ ਦੇ ਵਿੱਚ ਬੈਠੇ ਆ। ਔਰ ਪਹਿਲਾਂ ਸ਼ਿਕਵਾ ਇਹ ਸੀ, ਮੇਰੇ ਪੁੱਤ ਕੁਰਬਾਨ ਕਿਉਂ ਹੋ ਗਏ। ਹੁਣ ਸ਼ਿਕਵਾ ਤੁਹਾਡੇ ਤੇ ਇਹ ਆ ਜਿਹੜੇ ਦੋ ਬਚਾ ਕੇ ਲਿਆਂਦੇ, ਇਹ ਬਚਾਏ ਕਿਉਂ? ਇਹ ਵੀ ਕੁਰਬਾਨ ਕਰ ਆਉਣੇ ਸੀ। ਇਹ ਹੈ ਬੰਦਗੀ, ਔਰ ਬੰਦਗੀ ਦੇ ਵਿੱਚੋਂ ਮਿਲਿਆ ਹੋਇਆ ਧੀਰਜ। ਪਿਆਰਿਓ, ਜ਼ਿੰਦਗੀ ਸਾਡੀ ਜੀਵਨ ਗਾਥਾ ਜਿਹੜੀ ਹੈ ਨਾ, ਉਹ ਅਸੀਂ ਤੁਰਦੇ ਤੇ ਜਾ ਰਹੇ ਹਾਂ। ਬਾਹਰੀ ਤੌਰ ਤੇ ਜੀਵਨ ਜਿਹੋ ਜਿਹਾ ਮਰਜ਼ੀ ਹੋਵੇ, ਪਰ ਗੁਰੂ ਦਰ ਉਹੀ ਪ੍ਰਵਾਨ ਹੈ ਜੋ ਸਾਡੇ ਅੰਦਰ ਦੀ ਖੇਡ ਆ। ਔਰ ਅੰਦਰ ਨੂੰ ਟਿਕਾ ਗੁਰੂ ਬਾਬੇ ਦੀ ਬਾਣੀ, ਗੁਰੂ ਬਾਬੇ ਦੀ ਸੇਵਾ, ਔਰ ਗੁਰੂ ਮਾਲਕ ਦੇ ਚਰਨਾਂ ਵਿੱਚ ਬਹਿ ਕੇ ਨਾਮ ਸਿਮਰਨ ਤੋਂ ਬਿਨਾਂ ਟਿਕਾ ਨਹੀਂ ਹੋ ਸਕਦਾ। ਅੱਜ ਗੁਰੂ ਮਹਾਰਾਜ ਫਿਰ ਕਹਿੰਦੇ ਆ ਕਿ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੈ ਅਰਾਧ ਮੇਰਾ ਮਨ ਧੀਰਾ। ਪੂਰੇ ਗੁਰੂ ਦੇ ਚਰਨਾਂ ਨੂੰ ਜਦੋਂ ਜਪਿਆ, ਅਕਾਲ ਪੁਰਖ ਪੂਰੇ ਪਾਤਸ਼ਾਹ ਦੇ ਨਾਲ ਸਾਂਝ ਬਣੀ, ਮੇਰੇ ਅੰਦਰ ਨੂੰ ਸਦੀਵੀ ਤੌਰ ਤੇ ਧੀਰਜ ਔਰ ਟਿਕਾ ਮਿਲ ਗਿਆ। ਅਗਲੇ ਬਚਨ ਚ ਕਹਿੰਦੇ ਆ, ਅਨ ਦਿਨ ਜਪੋ ਗੁਰੂ ਗੁਰ ਨਾਮ। ਅਨ ਦਿਨ ਮੈਂ ਨਾ ਹਰ ਰੋਜ਼, ਹਰ ਪਲ, ਹਰ ਘੜੀ, ਅਨ ਦਿਨ ਜਪੋ ਗੁਰੂ ਗੁਰ ਨਾਮ। ਮੈਂ ਹਰ ਘੜੀ, ਹਰ ਪਲ ਆਪਣੇ ਗੁਰੂ ਦੇ ਨਾਮ ਨੂੰ ਜਪਦਾ ਆ। ਔਰ ਸਾਨੂੰ ਤੇ ਸੁਨੇਹਾ ਵੀ ਮਾਲਕ ਨੇ ਇਹ ਦਿੱਤਾ ਹੈ। ਮਹਾਰਾਜ ਕਹਿੰਦੇ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ। ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਉਹ ਮਾਲਕ ਨੂੰ ਯਾਦ ਕਰਨਾ ਕੋਈ ਔਖਾ ਨਹੀਂ ਹੈ। ਬਸ ਤੇਰੇ ਧਿਆਨ ਦੀ ਗੱਲ ਹੈ, ਧਿਆਨ ਕੇਂਦਰਿਤ ਹੋਵੇ ਨਾ, ਤੇ ਆਪਣੇ ਰੋਜ਼ ਦੀ ਜ਼ਿੰਦਗੀ ਨੂੰ ਵੇਖੋ। ਸਤਿਗੁਰੂ ਕਹਿੰਦੇ ਆ, ਪਹਿਲਾਂ ਆਪਣੇ ਸਰੀਰ ਦੇਹੀ ਵੱਲ ਵੇਖ। ਜਿਹੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਇਹ ਸ਼ੁਕਰਾਨਾ ਆ, ਇਹ ਯਾਦ ਆ ਉਹਦੀ, ਇਹ ਸਿਮਰਨ ਆ। ਮਹਾਰਾਜ ਤੇਰੀ ਕਿਰਪਾ ਕਰਕੇ ਤਨ ਸੁਖੀ ਹੈ। ਕਿਤੇ ਕਹਿੰਦੇ ਆ, ਜਿਹੇ ਪ੍ਰਸਾਦ ਸੁਨੇ ਕਰਨ ਨਾਦ, ਜੇ ਪ੍ਰਸਾਦ ਪੇਖੈ ਬਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਜੇ ਪ੍ਰਸਾਦ ਹਸਤ ਕਰ ਚਲਹਿ, ਜੇ ਪ੍ਰਸਾਦ ਸੰਪੂਰਨ ਫਲੈ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾ ਕੀ ਭਗਤ ਕਰੇ। ਆਪਣੇ ਕੱਲੇ ਤਨ ਨੂੰ ਵੇਖੇਗਾ ਤੇ ਮਾਲਕ ਯਾਦ ਆਏਗਾ। ਗੁਰੂ ਨੂੰ ਯਾਦ ਕਰਨਾ ਔਖਾ ਨਹੀਂ ਹੈ ਪਿਆਰਿਓ। ਸੰਸਾਰੀ ਤੌਰ ਤੇ ਜਿੱਧਰ ਨਜ਼ਰ ਮਾਰੋਗੇ, ਮਿਲੀ ਹੋਈ ਹਰ ਦਾਤ ਉਸ ਦਾਤੇ ਦੀ ਰਹਿਮਤ ਦੇ ਨਾਲ ਆ। ਬਸ ਜ਼ਿੰਦਗੀ ਭੁੱਲਦੀ ਹੈ, ਜਦੋਂ ਦਾਤ ਚੇਤੇ ਰਹਿੰਦੀ ਦਾਤਾ ਭੁੱਲ ਜਾਂਦਾ ਹੈ। ਅਰਦਾਸ ਕਰੀਏ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਆ। ਮਹਾਰਾਜ ਕਿਰਪਾ ਕਰਿਓ, ਦਾਤ ਦੇ ਦਾਤਿਆ ਦਾਤਾ ਚੇਤਾ ਰਹੇ। ਦਾਤ ਵਿੱਚ ਨਾ ਕਦੇ ਆਪਣੇ ਆਪ ਨੂੰ ਖਫਾ ਕਰ ਸਕੀਏ, ਦਾਤ ਦੇ ਵਿੱਚ ਨਾ ਭੁੱਲ ਜਾਈਏ, ਦਾਤਾ ਯਾਦ ਰਹੇ। ਥੋੜੇ ਜਿਹੇ ਬਚਨ ਹੋਰ ਸਾਂਝੇ ਕਰਾਂ। ਹਜ਼ੂਰ ਮਹਾਰਾਜ ਕਹਿੰਦੇ ਆ, ਜ਼ਿੰਦਗੀ ਐਸੀ ਹੈ ਵੀ ਤੂੰ ਸੌਂ ਕੇ ਵੀ ਉੱਠਦਾ ਨਾ, ਜੇ ਰੱਜਵੀਂ ਨੀਂਦ ਆ ਰਹੀ ਹੈ ਤੇ ਤਾਂ ਵੀ ਉਹਨੂੰ ਚੇਤੇ ਕਰ। ਦੁਨੀਆ 'ਚ ਉਹ ਵੀ ਲੋਕ ਹੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਧਨ ਪਦਾਰਥ ਬੜਾ ਕੁਝ ਆ, ਪਰ ਚਿੰਤਾ ਇੰਨੀ ਹੈ ਅੰਦਰ ਟਿਕਾ ਕੋਈ ਨਹੀਂ। ਪਰ ਜੇ ਰੱਜਵੀਂ ਨੀਂਦ ਆ ਰਹੀ ਹੈ ਤੇ ਇਹ ਸ਼ੁਕਰਾਨਾ ਆ, ਇਹ ਉਹਨੂੰ ਯਾਦ ਕਰਨਾ, ਇਹ ਉਹਦਾ ਸਿਮਰਨ ਆ। ਜਿਹੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪਹਿਰ ਤਾਕਾ ਜਸ ਗਵੀਜੈ। ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ। ਪ੍ਰਸ਼ਾਦਾ ਤੇ ਰੋਜ਼ ਛਕ ਰਹੇ ਆ, ਪ੍ਰਸ਼ਾਦਾ ਉਹਦੀ ਦਾਤ ਆ। ਦਾਤ ਨੂੰ ਵੇਖ ਕੇ ਦਾਤਾ ਚੇਤਾ ਆਏ। ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖ ਮਨ ਮਾਹੇ। ਕਿਤੇ ਮਹਾਰਾਜ ਕਹਿੰਦੇ ਆ ਕਿ ਆਪਣੀ ਜ਼ਿੰਦਗੀ ਵੱਲ ਜਦੋਂ ਧਿਆਨ ਮਾਰੇਗਾ ਨਾ,
ਸਰੂਪ ਨੂੰ ਵੇਖਦਾ ਹੈ ਤੇ ਸਰੂਪ ਵੇਖ ਕੇ ਨਾ ਸ਼ੁਕਰਾਨਾ ਕਰਿਆ ਕਰ। ਇਸ ਸਰੂਪ ਦਾ ਮਾਣ ਨਾ ਕਦੇ ਕਰੀ ਵੀ ਮੇਰਾ ਸਰੂਪ ਬੜਾ ਸੋਹਣਾ, ਨਾ, ਬਲਕਿ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜਨ। ਜਿਹੜਾ ਇਹ ਮਾਣ ਵਿੱਚ ਤੁਰਿਆ ਪਿਆ ਨਾ ਵੀ ਮੈਂ ਸਨੱਖਾ ਬਹੁਤ ਆ, ਮੇਰੇ ਕੋਲ ਰੂਪ ਆ, ਗੁਰੂ ਬਾਬਾ ਜੀ ਕਹਿੰਦੇ ਆ ਗੰਦਗੀ ਦੇ ਢੇਰ ਤੋਂ ਵੱਧ ਕੀਮਤ ਕੋਈ ਨਹੀਂ। ਜਿਹੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਹੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਇਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਆ ਪਿਆਰਿਓ। ਘਰ ਵੇਖੋ ਤੇ ਤਾਂ ਉਹਦਾ ਸ਼ੁਕਰਾਨਾ, ਤਾਂ ਉਹਦੀ ਯਾਦ ਆ, ਪ੍ਰਸ਼ਾਦਾ ਛਕਣ ਲੱਗਿਆ ਉਹਦੀ ਯਾਦ ਆ। ਮਹਾਰਾਜ ਤੇ ਇੱਥੋਂ ਤੱਕ ਬਚਨ ਕਰਦੇ, ਰਾਮ ਕਲੀ ਰਾਗ ਅੰਦਰ 913 ਅੰਗ ਦੇ ਉੱਤੇ ਬਚਨ ਹੈ। ਗੁਰੂ ਬਾਬਾ ਜੀ ਕਹਿੰਦੇ ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ, ਰਾਖਣ ਹਾਰ ਸੰਹਾਰ ਜਨਾ ਸਗਲੇ ਛੋੜ ਵਿਚਾਰ ਮਨ। ਉਹਨੂੰ ਚੇਤਾ ਕਰ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ। ਇੱਕ ਗੱਲ ਧਿਆਨ ਚ ਰੱਖਣਾ ਪਿਆਰਿਓ, ਰਾਹ ਨੂੰ ਭੁੱਲ ਜਾਣਾ ਗੁਨਾਹ ਨਹੀਂ ਹੁੰਦਾ। ਰਾਹ ਕੋਈ ਵੀ ਭੁੱਲ ਸਕਦਾ ਹੈ, ਪਰ ਅਰਦਾਸ ਕਰਿਓ ਕਦੇ ਕੋਈ ਆਪਣੀ ਮੰਜ਼ਲ ਨਾ ਭੁੱਲ ਜਾਏ। ਰਾਹ ਭੁੱਲ ਜਾਓਗੇ ਨਾ, ਕਿਸੇ ਨੂੰ ਪੁੱਛ ਲਵਾਂਗੇ ਵੀ ਮੈਂ ਇਸ ਸ਼ਹਿਰ ਜਾਣਾ ਜੀ, ਇਹਦਾ ਰਾਹ ਦੱਸ ਦਿਓ, ਲੋਕੀ ਦੱਸ ਦੇਣਗੇ। ਜਿਸ ਦਿਨ ਮੰਜ਼ਿਲ ਭੁੱਲ ਗਈ ਨਾ, ਕੀ ਆਖੋਗੇ ਕਿਸੇ ਨੂੰ ਕਿੱਥੇ ਜਾਣਾ ਹੈ? ਸਾਡੀ ਮੰਜ਼ਿਲ ਮਾਲਕ ਆ, ਔਰ ਬੰਦਗੀ ਉਹ ਰਾਹ ਆ ਜਿਹੜਾ ਮੰਜ਼ਿਲ ਤੇ ਲੈ ਕੇ ਜਾਂਦਾ। ਇਸੇ ਲਈ ਸਤਿਗੁਰੂ ਸਾਨੂੰ ਨਿਹੋਰਾ ਵੀ ਦਿੰਦੇ ਐ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ, ਜਗ ਮੈਂ ਆਇਆ ਜਿਨ ਹਰ ਤੇਰਾ, ਰਚਨ ਰਚਿਆ ਸੋ ਹਰ ਮਨ ਨਾ ਵਸਾਏ। ਜਿਹਨੇ ਪੈਦਾ ਕੀਤਾ ਕਿਤੇ ਤੂੰ ਉਹਨੂੰ ਤੇ ਨਹੀਂ ਭੁੱਲਦਾ ਜਾ ਰਿਹਾ। ਇਸ ਲਈ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ, ਫਿਰ ਕਹਿੰਦੇ ਆ ਅਨ ਦਿਨ ਜਪੋ ਗੁਰੂ ਗੁਰ ਨਾਮ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਹਰ ਪਲ ਹਰ ਘੜੀ ਉਹਨੂੰ ਧਿਆਇਆ ਕਰ, ਜਪਿਆ ਕਰ, ਤਾ ਤੇ ਸਿੱਧ ਭਏ ਸਗਲ ਕਾਂ। ਮਹਾਰਾਜ ਕਹਿੰਦੇ ਮੇਰੀ ਲਿਖਤੀ ਜ਼ਮਾਨਤ ਆ, ਤੇਰਾ ਕੋਈ ਕਾਰਜ ਨਹੀਂ ਰੋਕ ਸਕਦਾ। ਸਾਡੀ ਕੋਸ਼ਿਸ਼ ਹੈ ਨਾ ਵੀ ਮੈਂ ਬਾਹਰੀ ਤੌਰ ਤੇ ਕਿਸੇ ਵੀ ਕਾਰਜ ਨੂੰ, ਕਿਸੇ ਵੀ ਕੰਮ ਨੂੰ ਆਰੰਭਾਂ, ਮੈਂ ਕਾਰਜ ਵਿੱਚ ਫੇਲ ਨਾ ਹੋ ਜਾਵਾਂ। ਇੱਥੇ ਮਹਾਰਾਜ ਕਹਿੰਦੇ ਅਨ ਦਿਨ ਜਪੋ ਗੁਰੂ ਗੁਰ ਨਾਮ, ਤਾਤੇ ਸਿੱਧ ਭਏ ਸਗਲ ਕਾਮ। ਤੇਰੇ ਸਾਰੇ ਕਾਰਜ ਸਿੱਧ ਹੋਣਗੇ, ਕਿਉਂਕਿ ਗੁਰੂ ਬਾਬੇ ਦੀ ਆਵਾਜ਼ ਹੈ, ਗੁਰ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ। ਦਰਸ਼ਨ ਦੇਖ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਗੁਰੂ ਦੇ ਦੀਦਾਰ ਕੀਤਿਆਂ ਮਨ ਤਨ ਸੀਤਲ ਹੋ ਗਿਆ, ਠੰਡਾ ਹੋ ਗਿਆ। ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਜਿਸ ਮਾਲਕ ਦੇ ਚਰਨਾਂ ਦੇ ਦੀਦਾਰ ਕੀਤੇ ਹੀ ਦੁੱਖ ਮਿਟ ਜਾਣ। ਹਜ਼ੂਰ ਮਹਾਰਾਜ ਕਹਿੰਦੇ ਆ ਦਰਸ਼ਨ ਦੇਖ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਜਨਮਾਂ ਜਨਮਾਂ ਦੇ ਦੁੱਖ ਕਲੇਸ਼ ਮੁੱਕ ਜਾਂਦੇ ਆ ਜਦੋਂ ਕੋਈ ਗੁਰੂ ਨੂੰ ਮਾਣ ਲੈਂਦਾ ਆ। ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ, ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ। ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਜਨਮ ਜਨਮ ਕੇ ਕਿਲ ਵਿਖ ਗਏ। ਅਖੀਰ ਕਹਿੰਦੇ ਨੇ ਕਹੋ ਨਾਨਕ ਕਹਾਂ ਭੈ ਭਾਈ, ਆਪਣੇ ਸੇਵਕ ਕੀ ਆਪ ਪੈਜ ਰਖਾਈ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆ, ਜਿਹੜੇ ਭੈ ਦੀ ਲੋਕੀ ਗੱਲ ਕਰਦੇ ਆ ਨਾ, ਦੁਨੀਆ ਦੇ ਲੋਕੋ ਮੈਨੂੰ ਉਹ ਦੱਸੋ ਭੈ ਹੈ ਕਿੱਥੇ ਆ। ਭੈ ਉਹਦੇ ਵਾਸਤੇ ਆ ਪਿਆਰਿਓ ਜਿਹੜਾ ਭੈ ਵਿੱਚ ਜੀਂਦਾ ਆ। ਸਾਹਿਬ ਜੀ ਕਹਿੰਦੇ ਆ, ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ, ਧਿਆਇਆ ਜੀ ਤਿਨ ਕਾ ਭਉ ਸਭ ਗਵਾਸ। ਜਿਹੜਾ ਜੋੜੀ ਨਿਰਭਉ ਨਾ ਜਾਏ ਉਹਦੀ ਜ਼ਿੰਦਗੀ 'ਚ ਭੈ ਨਹੀਂ ਹੁੰਦੇ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਜਿਤ ਸੇਵੈ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾ ਘਾਲ, ਬੁਰੀ ਕਿਉਂ ਕਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜੇ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ। ਘਾਲਣਾ ਉਹ ਪਿਆਰਿਓ ਜਿਹਦੇ ਚੋਂ ਕੁਝ ਲਾਹਾ ਮਿਲੇ। ਕਹੋ ਨਾਨਕ ਕਹਾਂ ਭੈ ਭਾਈ। ਉਹ ਦੁਨੀਆ ਦੇ ਲੋਕੋ ਦੱਸੋ ਸਹੀ ਭੈ ਹੈ ਕਿੱਥੇ ਆ। ਭੈ ਸਿਰਫ ਉੱਥੇ ਜਿੱਥੇ ਗੁਰੂ ਦੀ ਯਾਦ ਨਹੀਂ ਹੈ। ਆਪਣੇ ਸੇਵਕ ਕੀ ਆਪ ਪੈਜ ਰਖਾਈ, ਕਿਉਂਕਿ ਆਪਣਿਆਂ ਸੇਵਕਾਂ ਦੀ ਸਤਿਗੁਰੂ ਪੈਜ ਆਪ ਰੱਖਦਾ ਹੈ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਈ। ਗੁਰੂ ਹੈ ਹੀ ਪੈਜ ਰੱਖਣ ਵਾਲਾ, ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ। ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ, ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਸਮੁੱਚੇ ਸ਼ਬਦ ਅੰਦਰ ਇਹ ਦਾਤ ਦੇ ਕੇ ਨਵਾਜ਼ਦੇ ਹੈ ਕਿ ਬੰਦਗੀ ਗੁਰੂ ਦਾ ਸਿਮਰਨ, ਗੁਰੂ ਦੀ ਯਾਦ, ਗੁਰੂ ਨਾਲ ਪਾਈਆਂ ਹੋਈਆਂ ਸਾਂਝਾਂ ਜ਼ਿੰਦਗੀ ਨੂੰ ਸਫਲ ਕਰ ਦਿੰਦੀਆਂ ਹੈ। ਕਿਉਂਕਿ ਜੇਵਡ ਆਪ ਤੇਵਡ ਤੇਰੀ, ਦਾਤ ਜਿੰਨਾ ਵੱਡਾ ਉਹ ਹੈ ਓਨੀਆਂ ਵੱਡੀਆਂ ਉਹਦੀਆਂ ਦਾਤਾਂ। ਗੁਰੂ ਸਾਹਿਬ ਕਿਰਪਾ ਕਰਨ, ਅਰਦਾਸ ਕਰਿਓ ਗੁਰੂ ਚਰਨਾਂ ਵਿੱਚੋਂ ਬੰਦਗੀ ਦੀ ਦਾਤ ਸਾਡੇ ਜੀਵਨ ਵਿੱਚ ਵਸੇ। ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਸ਼ੁਕਰਾਨਾ ਧੰਨਵਾਦ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਦਾ, ਜੋ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਿਸ਼ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।